ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਦੀ ਪਰਮ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਦ ਬਾਣੀ ਜਗ ਵਰਤਦਾ, ਤ੍ਰੈ ਗੁਣ ਕਰੇ ਵਿਚਾਰ। ਬਿਨ ਨਾਵੈ ਜਮ ਡੰਡ ਸਹੈ, ਮਰ ਜਨਮੈ ਵਾਰੋ ਵਾਰ। ਸਤਿਗੁਰ ਭੇਟੇ ਮੁਕਤ ਹੋਏ, ਪਾਏ ਮੋਖ ਦੁਆਰ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਬਖਸ਼ਿਸ਼ ਕਰਦੀ ਹੈ। ਵੇਦ ਬਾਣੀ ਜਗ ਵਰਤਦਾ, ਸਾਰਾ ਜਗ ਜਿਹੜਾ ਹੈ ਵੇਦਾਂ ਦੀ ਬਾਣੀ ਦੇ ਵਿੱਚ ਵਰਤ ਰਿਹਾ ਹੈ। ਭਾਵ ਵੇਦਾਂ ਦੀ ਬਾਣੀ ਨੂੰ ਸੁਣ ਕੇ ਉਸੇ ਦੇ ਵਿੱਚ ਹੀ ਲਿਪਾਏਮਾਨ ਹੋ ਰਿਹਾ ਹੈ। ਤ੍ਰੈ ਗੁਣ ਕਰੇ ਵਿਚਾਰ, ਤੇ ਤ੍ਰੈ ਗੁਣ ਮਾਇਆ ਦੇ ਗੁਣਾਂ ਦਾ ਵਿਚਾਰ ਕਰਦਾ ਹੈ। ਭਾਵ ਮਾਇਆ ਦੇ ਗੁਣਾਂ ਨੂੰ ਹੀ ਆਪਣੇ ਜੀਵਨ ਦੇ ਵਿੱਚ ਸਦਾ ਵਰਤਦਾ ਰਹਿੰਦਾ ਹੈ। ਬਿਨ ਨਾਵੈ ਜਮ ਡੰਡ ਸਹੈ। ਇਹ ਸੰਸਾਰ ਜਿਹੜਾ ਹੈ ਨਾ, ਸੰਸਾਰ ਦੇ ਲੋਕ ਜਿਹੜੇ ਆ, ਨਾਮ ਤੋਂ ਬਿਨਾਂ ਜਮਾਂ ਦਾ ਡੰਡ ਜਿਹੜਾ ਹੈ ਉਹ ਉਹਨਾਂ ਨੂੰ ਲੱਗਦਾ, ਅਤੇ ਉਹ ਉਸ ਦੇ ਵਿੱਚ ਹੀ ਆਪਣੇ ਆਪ ਨੂੰ ਲਿਪਤ ਰੱਖਦੇ ਹੈ ਔਰ ਜਮਾਂ ਦਾ ਡੰਡ ਸਹਿੰਦੇ ਹੈ। ਮਰ ਜਨਮੈ ਵਾਰੋ ਵਾਰ, ਵਾਰੋ ਵਾਰ, ਹਰ ਵਾਰ, ਹਰ ਜੂਨੀ ਨਵੀਂ ਜੂਨੀ। ਇੱਕ ਜੂਨੀ ਮਰਿਆ, ਫਿਰ ਦੂਜੀ ਜਨਮ ਪਿਆ, ਫਿਰ ਉਹ ਮਰ ਗਿਆ, ਫਿਰ ਦੂਜੀ ਜਨਮ ਪਿਆ। ਇਸ ਤਰ੍ਹਾਂ ਦੇ ਨਾਲ ਵਾਰ-ਵਾਰ ਜਨਮਾਂ ਦਾ ਚੱਕਰ ਦੇ ਵਿੱਚ ਇਹ ਜੀਵ ਫਸਿਆ ਰਹਿੰਦਾ ਹੈ। ਅਤੇ ਸਤਿਗੁਰ ਭੇਟੇ ਮੁਕਤ ਹੋਏ, ਪਾਏ ਮੋਖ ਦੁਆਰ। ਜਿੰਨਾ ਚਿਰ ਸਤਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ, ਜਿੰਨਾ ਚਿਰ ਸਤਿਗੁਰੂ ਨਹੀਂ ਮਿਲਦਾ, ਉਹਨਾਂ ਚਿਰ ਇਹ ਸੰਸਾਰ ਦੇ ਬੰਧਨਾਂ ਤੋਂ ਇਹ ਮਨੁੱਖ ਜਿਹੜਾ ਹੈ, ਇਹ ਜੀਵ ਜਿਹੜਾ ਹੈ, ਇਹ ਮੁਕਤ ਨਹੀਂ ਹੁੰਦਾ। ਅਤੇ ਜਦੋਂ ਸਤਿਗੁਰੂ ਮਿਲਦਾ ਹੈ, ਉਦੋਂ ਇਹ ਜੀਵ ਜਿਹੜਾ ਹੈ ਮੁਕਤ ਹੋ ਜਾਂਦਾ ਹੈ, ਅਤੇ ਫਿਰ ਮੋਖ ਦੁਆਰ ਦੀ ਭਾਵ ਕਵਲਿਆ ਮੋਕਸ਼ ਦੀ ਪ੍ਰਾਪਤੀ ਕਰਦਾ ਹੈ। ਅਤੇ ਇਸ ਤਰ੍ਹਾਂ ਦੇ ਨਾਲ ਉਸ ਨੂੰ ਸਤਿਗੁਰੂ ਦੀ ਪ੍ਰਾਪਤੀ ਦੀ ਖੁਸ਼ੀ ਵਿੱਚ ਮੁਕਤੀ ਪ੍ਰਾਪਤ ਹੋ ਜਾਂਦੀ ਹੈ, ਮੋਕਸ਼ ਪ੍ਰਾਪਤ ਹੋ ਜਾਂਦੀ ਹੈ। ਕਵਲਿਆ ਮੋਕਸ਼ ਦਾ ਮਤਲਬ ਹੈ ਭਾਵ ਆਵਾਗਮਨ ਦੇ ਚੱਕਰਾਂ ਤੋਂ ਰਹਿਤ ਹੋ ਜਾਣਾ। ਉਸ ਜੀਵ ਨੂੰ, ਜਿਸ ਨੂੰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਉਹ ਆਵਾਗਮਨ ਦੇ ਚੱਕਰਾਂ ਤੋਂ ਮੁਕਤ ਹੋ ਜਾਂਦਾ ਹੈ ਔਰ ਮੋਖ ਦੁਆਰ ਭਾਵ ਪਰਮਪਿਤਾ ਪਰਮਾਤਮਾ ਦਾ ਦੁਆਰਾ ਜਿਹੜਾ ਹੈ ਉਹ ਪ੍ਰਾਪਤ ਕਰ ਲੈਂਦਾ ਹੈ। ਮਨ ਰੇ ਸਤਿਗੁਰ ਸੇਵ ਸਮਾਏ, ਵੱਡੇ ਭਾਗ ਗੁਰ ਪੂਰਾ ਪਾਇਆ। ਹਰ ਨਾਮ ਤੇ ਆਏ ਰਹਾਓ। ਹੁਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈ। ਤੀਜੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਮਲ੍ਹਾਰ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਣੀ ਕਹਿੰਦੀ ਹੈ, ਮਨ ਰੇ ਸਤਿਗੁਰ ਸੇਵ ਸਮਾਏ। ਸਤਿਗੁਰ ਸੇਵ ਕੇ, ਸਤਿਗੁਰੂ ਦੀ ਸੇਵਾ ਕਰਕੇ ਉਸ ਦੇ ਵਿੱਚ ਸਮਾਇਆ ਰਹਿ ਭਾਈ। ਹੇ ਮਨ, ਹੇ ਮਨੁੱਖ, ਹੇ ਮਨੁੱਖ ਦੇ ਮਨ, ਸਤਿਗੁਰ ਦੀ ਸੇਵਾ ਕਰ ਔਰ ਉਸ ਦੇ ਵਿੱਚ ਸਮਾਇਆ ਰਹਿ। ਵੱਡੇ ਭਾਗ ਗੁਰ ਪੂਰਾ ਪਾਇਆ। ਕਹਿੰਦੇ ਵੀ ਵੱਡੇ ਭਾਗਾਂ ਦੇ ਨਾਲ ਗੁਰਾਂ ਦੀ ਪ੍ਰਾਪਤੀ ਹੁੰਦੀ ਹੈ। ਹਰ ਨਾਮ ਧਿਆਏ। ਜਦੋਂ ਕੋਈ ਰੂਹ, ਜਦੋਂ ਕੋਈ ਜੀਵ, ਜਦੋਂ ਕੋਈ ਮਨ ਜਿਹੜਾ ਹੈ ਪਰਮਾਤਮਾ ਦਾ ਨਾਮ ਧਿਆਉਂਦਾ ਹੈ ਨਾ,
ਤੇ ਉਦੋਂ ਵੱਡੇ ਭਾਗ ਉਸ ਦੇ ਬਣਦੇ ਹੈ ਤੇ ਗੁਰੂ ਪੂਰਾ ਜਿਹੜਾ ਗੁਰੂ ਪਰਮ ਪਿਤਾ ਪਰਮਾਤਮਾ ਜਿਹੜਾ ਹੈ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਔਰ ਉਹ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਮਾਇਆ ਰਹਿੰਦਾ ਹੈ। ਹੇ ਮਨ, ਤੂੰ ਵੀ ਇਸ ਤਰ੍ਹਾਂ ਕਰ, ਤੂੰ ਵੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਸੇਵਾ ਦੇ ਵਿੱਚ ਸਮਾਇਆ ਰਹਿ। ਹਰ ਆਪਣੇ ਭਾਣੇ ਸ੍ਰਿਸ਼ਟੀ ਉਪਾਈ, ਹਰ ਆਪੇ ਦੇ ਹਾਰ। ਹਰ ਆਪਣੇ ਭਾਣੇ ਮਨ ਨਿਰਮਲ ਕੀਆ, ਹਰ ਸਿਓ ਲਾਗਾ ਪਿਆਰ। ਹਰ ਕੇ ਭਾਣੇ ਸਤਿਗੁਰ ਭੇਟਿਆ, ਸਭ ਜਨਮ ਸਵਾਰਨ ਹਾਰ। ਸਤਿਗੁਰੂ ਬਖਸ਼ਿਸ਼ ਕਰਦੇ ਹੈ। ਹਰ ਆਪਣੇ ਭਾਣੇ, ਪਰਮਾਤਮਾ ਨੇ ਆਪਣੀ ਮਰਜ਼ੀ ਦੇ ਨਾਲ ਜਦੋਂ ਉਸ ਨੂੰ ਫੁਰਨਾ ਹੋਇਆ ਕਿ ਮੈਂ ਕਿਉਂ ਨਾ ਇੱਕ ਸ੍ਰਿਸ਼ਟ ਪੈਦਾ ਕਰਾਂ, ਇੱਕ ਖੇਲ ਖੇਲਣਾ ਹੈ ਔਰ ਇਹ ਖੇਲ ਤਮਾਸ਼ਾ ਜਿਹੜਾ ਹੈ ਇਹ ਦੁਨੀਆ ਬਣਾ ਕੇ, ਦੁਨੀਆ ਪੈਦਾ ਕਰਕੇ ਮੈਂ ਇਹ ਖੇਲ ਖੇਲਣਾ ਹੈ। ਮਨ ਦੇ ਵਿੱਚ ਜਦੋਂ ਜਚੀ ਅਤੇ ਉਦੋਂ ਉਸ ਨੇ ਇਹ ਸ੍ਰਿਸ਼ਟ ਨੂੰ ਪੈਦਾ ਕੀਤਾ। ਹਰ ਆਪੇ ਦੇ ਆਧਾਰ, ਅਤੇ ਇਹ ਪਰਮ ਪਿਤਾ ਪਰਮਾਤਮਾ ਹੀ ਆਪ ਹੀ ਇਸ ਸ੍ਰਿਸ਼ਟ ਨੂੰ ਆਧਾਰ ਟੇਕ ਆਪੇ ਆਪ ਹੀ ਦਿੰਦਾ ਹੈ। ਹਰ ਆਪਣੇ ਭਾਣੇ ਮਨ ਨਿਰਮਲ ਕੀਆ। ਜਦੋਂ ਕਿਤੇ ਗੁਰੂ ਦੀ ਕਿਰਪਾ ਹੋਵੇ, ਪਰਮਾਤਮਾ ਨੂੰ ਚੰਗਾ ਲੱਗਦਾ ਹੈ ਅਤੇ ਮਨ ਜਿਹੜਾ ਹੈ ਨਾ, ਜੀਵ ਦਾ ਮਨ ਜਿਹੜਾ ਹੈ ਨਿਰਮਲ ਕਰ ਦਿੰਦਾ ਪਰਮ ਪਿਤਾ ਪਰਮਾਤਮਾ। ਅਤੇ ਉਸ ਜੀਵ ਦਾ ਜਿਹੜਾ, ਉਸ ਰੂਹ ਦਾ ਜਿਹੜਾ ਮਨ ਹੈ ਨਾ, ਹਰ ਸਿਉ ਲਾਗਾ ਪਿਆਰ, ਪਰਮਾਤਮਾ ਦੇ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ। ਹਰ ਕੇ ਭਾਣੇ ਸਤਿਗੁਰ ਭੇਟਿਆ, ਅਤੇ ਗੁਰੂ ਦੀ ਕਿਰਪਾ ਨਾਲ ਹੀ ਗੁਰੂ ਨੂੰ ਚੰਗਾ ਲੱਗਿਆ। ਗੁਰੂ ਦੇ ਭਾਣੇ ਦੇ ਵਿੱਚ ਸਤਿਗੁਰੂ ਦੀ ਪ੍ਰਾਪਤੀ ਹੋਈ। ਉਹ ਸਤਿਗੁਰੂ ਜਿਹੜਾ ਕਿ ਸਭ ਜਨਮ ਸਵਾਰਨਹਾਰਾ ਹੈ, ਸਭ ਜਨਮ ਸਵਾਰਨਹਾਰ, ਉਹ ਪਰਮ ਪਿਤਾ ਪਰਮਾਤਮਾ, ਉਹ ਸਤਿਗੁਰੂ ਉਸ ਨੂੰ ਪ੍ਰਾਪਤ ਹੋ ਗਿਆ। ਪਰਮਾਤਮਾ ਦੇ ਭਾਣੇ ਦੇ ਵਿੱਚ ਪਰਮਾਤਮਾ ਨੂੰ ਜਦੋਂ ਚੰਗਾ ਲੱਗਿਆ ਉਦੋਂ ਹੀ ਸਤਿਗੁਰੂ ਦੀ ਪ੍ਰਾਪਤੀ ਹੋਈ, ਸਤਿਗੁਰੂ ਦੇ ਨਾਲ ਮਿਲਨ ਹੋਇਆ, ਜਿਹੜਾ ਕਿ ਸਤਿਗੁਰੂ ਸਾਰੇ ਜਨਮ ਸਵਾਰਨਹਾਰਾ ਹੈ, ਜਨਮ ਜਨਮ ਦਾ ਸਵਾਰਨਹਾਰਾ ਹੈ ਔਰ ਉਹ ਹਰ ਕਿਸੇ ਦਾ ਜਨਮ ਜਿਹੜਾ ਹੈ ਉਹ ਸਵਾਰ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ ਆ, ਵਾਹ ਵਾਹ ਬਾਣੀ ਸਤ ਹੈ, ਗੁਰਮੁਖ ਬੂਝੈ ਕੋਇ। ਵਾਹ ਵਾਹ ਕਰ ਸਾਲਾਹੀਐ, ਤਿਸ ਜੇਵੜ ਅਵਰ ਨ ਕੋਇ। ਆਪੇ ਬਖਸ਼ੈ ਮੇਲ ਲਏ, ਕਰਮ ਪ੍ਰਾਪਤ ਹੋਏ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਕਹਿੰਦੇ ਹੈ ਕਿ ਵਾਹ ਵਾਹ ਬਾਣੀ ਸਤ ਹੈ। ਵਾਹ ਵਾਹ, ਗੁਰੂ ਸਾਹਿਬ ਵਡਿਆਈ ਕਰ ਰਹੇ ਹੈ ਬਾਣੀ ਦੀ। ਕਹਿੰਦੇ ਵੀ ਬਾਣੀ ਜਿਹੜੀ ਹੈ ਨਾ ਸਤ ਹੈ, ਸਦਾ ਸਤ ਹੈ, ਸਦਾ ਰਹਿਣ ਵਾਲੀ ਹੈ। ਪਰ ਇਸ ਬਾਣੀ ਨੂੰ ਕੋਈ ਗੁਰਮੁਖ ਬੰਦਾ ਜਿਹੜਾ ਹੈ, ਜੋ ਗੁਰੂ ਦੇ ਮੁਖ ਵਰਗਾ, ਗੁਰੂ ਦੀ ਰਜ਼ਾ ਦੇ ਵਿੱਚ ਰਹਿਣ ਵਾਲਾ, ਗੁਰੂ ਦੀ ਮੱਤ ਨੂੰ ਮੰਨਣ ਵਾਲਾ, ਗੁਰੂ ਦੇ ਹਰ ਹੁਕਮ ਨੂੰ ਮੰਨਣ ਵਾਲਾ ਜਿਹੜਾ ਹੈ ਨਾ ਗੁਰਮੁਖ, ਉਹ ਹੀ ਇਸ ਬਾਣੀ ਨੂੰ ਬੁੱਝਦਾ ਹੈ ਕਿ ਇਹ ਬਾਣੀ ਸੱਤ ਹੈ। ਹਰ ਕਿਸੇ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਬਾਣੀ ਜਿਹੜੀ ਹੈ ਉਹ ਸੱਤ ਹੈ। ਬਾਣੀ ਹੈ ਕਿਹੜੀ? ਗੁਰੂ ਸਾਹਿਬ ਕਹਿੰਦੇ ਆ ਵੀ ਬਾਣੀ ਜਿਹੜੀ ਹੈ ਨਾ, ਇਸ ਬਾਣੀ ਨੂੰ ਸ਼ਬਦ ਵੀ ਕਿਹਾ ਜਾਂਦਾ ਹੈ, ਸ਼ਬਦ ਬਾਣੀ ਵੀ ਕਿਹਾ ਜਾਂਦਾ ਹੈ, ਨਾਮ ਬਾਣੀ ਵੀ ਕਿਹਾ ਜਾਂਦਾ ਹੈ, ਸਤ ਬਾਣੀ ਵੀ ਕਿਹਾ ਜਾਂਦਾ ਹੈ, ਗੁਰ ਬਾਣੀ ਵੀ ਕਿਹਾ ਜਾਂਦਾ ਹੈ, ਅਨਹਦ ਧੁਨ ਵੀ ਕਿਹਾ ਜਾਂਦਾ ਹੈ, ਨਾਮ ਧੁਨ ਵੀ ਕਿਹਾ ਜਾਂਦਾ ਹੈ, ਖਸਮ ਕੀ ਬਾਣੀ, ਧੁਰ ਕੀ ਬਾਣੀ, ਅਨਹਤ ਬਾਣੀ। ਇਸ ਤਰ੍ਹਾਂ ਦੇ ਨਾਲ ਇਸ ਬਾਣੀ ਦੇ ਜਿਹੜੇ ਹੈ ਨਾ, ਬਾਣੀ ਦਾ ਭਾਵ ਹੁੰਦਾ ਸ਼ਬਦ। ਬਾਣੀ ਜਦੋਂ ਅਸੀਂ ਬੋਲਣ ਨੂੰ ਕਹਿੰਦੇ ਆ, ਜਦੋਂ ਅਸੀਂ ਕੁਛ ਬੋਲਦੇ ਆ ਨਾ, ਤਾਂ ਉਸ ਦੇ ਅਲਾਪ ਦੇ ਵਿੱਚ, ਉਸ ਦੇ ਵਿੱਚ ਇੱਕ ਸ਼ਬਦ ਦੀ ਗੂੰਜ ਸੁਣਾਈ ਦਿੰਦੀ ਆ। ਉਸ ਸ਼ਬਦ ਦੇ ਨਾਲ ਜਦੋਂ ਇਹ ਬੋਲਿਆ ਜਾਂਦਾ ਨਾ, ਤਾਂ ਉਸ ਨੂੰ ਕਹਿੰਦੇ ਆ ਬਾਣੀ। ਅਤੇ ਕਹਿੰਦੇ ਵੀ ਇਹ ਬਾਣੀ ਜਿਹੜੀ ਹੈ ਨਾ, ਵਾਹ ਵਾਹ, ਇਸ ਦੀ ਵਡਿਆਈ ਕਰੀਏ ਅਤੇ ਇਹ ਗੁਰੂ ਦੀ ਕਿਰਪਾ ਨਾਲ ਜਿਹੜਾ ਪਤਾ ਲੱਗ ਜਾਂਦਾ ਕਿ ਇਹ ਬਾਣੀ ਸੱਤ ਹੈ। ਅਤੇ ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਵਾਹ ਵਾਹ ਕਰ ਸਾਲਾਹੀਐ, ਤਿਸ ਜੇਵੜ ਅਵਰ ਨ ਕੋਇ।
ਇਹ ਬਾਣੀ ਜਿਹੜੀ ਹੈ ਨਾ ਏਡੀ ਵੱਡੀ ਹੈ ਕਿ ਇਸ ਜਿੱਡਾ ਹੋਰ ਕੋਈ ਵੀ ਨਹੀਂ ਹੈ। ਇਸ ਨੂੰ ਗੁਰੂ ਸਾਹਿਬ ਕਹਿੰਦੇ ਆ ਭਾਈ ਵਾਹ ਵਾਹ ਕਰਕੇ ਇਸ ਦੀ ਸਲਾਹ ਸਿਫਤ ਸਲਾਹ ਕਰੀਏ, ਵਾਹ ਵਾਹ ਕਰਕੇ ਇਸ ਦੀ ਵਡਿਆਈ ਕਰੀਏ, ਕਿਉਂਕਿ ਇਸ ਬਾਣੀ ਜਿੱਡਾ ਹੋਰ ਕੋਈ ਵੀ ਨਹੀਂ ਹੈ। ਕਿਉਂਕਿ ਬਾਣੀ ਹੀ ਪਰਮਪਿਤਾ ਪਰਮਾਤਮਾ ਦਾ ਰੂਪ ਹੈ, ਬਾਣੀ ਹੀ ਸ਼ਬਦ ਰੂਪ ਹੈ, ਬਾਣੀ ਹੀ ਸਾਡਾ ਗੁਰੂ ਹੈ, ਗੁਰੂ ਰੂਪ ਬਾਣੀ ਹੈ। ਪਾਰ ਬ੍ਰਹਮ ਪਰਮੇਸ਼ਰ ਰੂਪ ਹੀ ਬਾਣੀ ਹੈ। ਆਪੇ ਬਖਸ਼ੇ ਮੇਲ ਲਏ ਕਰਮ ਪ੍ਰਾਪਤ ਹੋਏ। ਜਦੋਂ ਇਸ ਬਾਣੀ ਦੀ ਅਸੀਂ ਸਿਫਤ ਸਲਾਹ ਕਰਦੇ ਹਾਂ ਨਾ, ਤੇ ਗੁਰੂ ਸਾਹਿਬ ਕਹਿੰਦੇ ਆ ਕਿ ਉਹ ਪਰਮਪਿਤਾ ਪਰਮਾਤਮਾ ਜਿਹੜਾ ਬਾਣੀ ਰੂਪ ਹੈ ਆਪੇ ਹੀ ਸਾਨੂੰ ਸਾਡੀ ਰੂਹ ਨੂੰ ਬਖਸ਼ ਲੈਂਦਾ ਹੈ, ਔਰ ਕਰਮ ਬਖਸ਼ਿਸ਼ ਦੇ ਨਾਲ ਕੀਤੇ ਹੋਏ ਸਤਕਰਮ ਦੀ ਬਖਸ਼ਿਸ਼ ਦੇ ਨਾਲ ਇਹ ਪ੍ਰਾਪਤ ਹੋ ਜਾਂਦਾ ਹੈ। ਗੁਰੂ ਸਾਹਿਬ ਪਰਮਪਿਤਾ ਪਰਮਾਤਮਾ ਜੋ ਪਰਮਪਿਤਾ ਪਰਮਾਤਮਾ ਬਾਣੀ ਰੂਪ ਹੈ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਸਾਚਾ ਸਾਹਿਬ ਮਾਹਿਰੋ ਦਿਖਾਏ ਅੰਮ੍ਰਿਤ ਬਰਸੈ ਮਨ ਸੰਤੋਖੀਐ ਸੱਚ ਰਹੇ ਲਿਵ ਲਾਏ। ਹਰ ਕੇ ਨਾਏ ਸਦਾ ਹਰਿਆਵਲੀ ਫਿਰ ਸੁੱਕੇ ਨਾ ਕੁਮਲਾਏ। ਸਤਿਗੁਰੂ ਬਖਸ਼ਿਸ਼ ਕਰਦੇ ਆ ਭਾਈ ਇਹ ਜਿਹੜਾ ਹੈ ਨਾ ਬਾਣੀ ਰੂਪ ਜਿਹੜੀ ਬਾਣੀ ਸੱਤ ਹੈ, ਇਹ ਬਾਣੀ ਰੂਪ ਪਰਮਪਿਤਾ ਪਰਮਾਤਮਾ ਸਾਚਾ ਸਾਹਿਬ ਹੈ। ਔਰ ਸੱਚਾ ਸਾਹਿਬ ਜਿਹੜਾ ਹੈ ਨਾ ਉਹ ਬੜਾ ਮਾਹਰ, ਉਹ ਬੜਾ ਵਡਿਆਈ ਵਾਲਾ ਹੈ, ਬੜੇ ਬਲ ਵਾਲਾ ਹੈ, ਬੜੀ ਸ਼ਕਤੀ ਵਾਲਾ ਹੈ, ਬੜੇ ਕਰਮ ਵਾਲਾ ਹੈ, ਕਰਨ ਕਾਰਨ ਸਮਰੱਥ ਹੈ। ਕਹਿੰਦੇ ਵੀ ਸਤਿਗੁਰੂ ਦੀਆ ਦਿਖਾਏ। ਇਹ ਪਰਮਪਿਤਾ ਪਰਮਾਤਮਾ ਦੀ ਕਿਰਪਾ ਨਾਲ ਸਤਿਗੁਰੂ ਨਾਲ ਜਦੋਂ ਸਾਡੇ ਨਾਲ ਮਿਲਣ ਹੁੰਦਾ ਹੈ, ਉਦੋਂ ਇਹ ਸਤਿਗੁਰੂ ਜਿਹੜਾ ਹੈ ਇਸ ਪਰਮਪਿਤਾ ਪਰਮਾਤਮਾ ਨੂੰ, ਸੱਚੇ ਸਾਹਿਬ ਨੂੰ ਦਿਖਾ ਦਿੰਦਾ ਹੈ। ਇੱਕ ਵਿਚਾਰ ਸਾਧ ਸੰਗਤ ਜੀ ਤੁਹਾਨੂੰ ਦੱਸਦੇ ਹਾਂ ਕਿ ਪਾਰ ਬ੍ਰਹਮ ਪਰਮੇਸ਼ਰ ਪਰਮਪਿਤਾ ਪਰਮਾਤਮਾ ਗੁਰਪਾਰ ਬ੍ਰਹਮ ਪਰਮੇਸ਼ਰ ਜਿਹੜਾ ਹੈ ਉਹ ਸਾਰੀ ਸ੍ਰਿਸ਼ਟੀ ਦਾ ਗੁਰੂ ਹੈ, ਜਿਹਨੂੰ ਸਾਹਿਬ ਵੀ ਕਿਹਾ ਜਾਂਦਾ ਹੈ, ਜਿਹਨੂੰ ਵਾਹਿਗੁਰੂ ਵੀ ਕਿਹਾ ਜਾਂਦਾ ਹੈ, ਜਿਹਨੂੰ ਗੁਰ ਪਰਮੇਸ਼ਰ ਵੀ ਕਿਹਾ ਜਾਂਦਾ ਹੈ, ਜਿਹਨੂੰ ਪਾਰ ਬ੍ਰਹਮ ਪਰਮੇਸ਼ਰ ਵੀ ਕਿਹਾ ਜਾਂਦਾ ਹੈ। ਅਤੇ ਪਾਰ ਬ੍ਰਹਮ ਪਰਮੇਸ਼ਰ ਜਦੋਂ ਸੰਸਾਰ ਦਾ ਕੋਈ ਭਲਾ ਕਰਨਾ ਹੋਵੇ ਨਾ, ਅਤੇ ਉਦੋਂ ਕੋਈ ਸਰੂਪ ਧਾਰਨ ਕਰਕੇ ਸਤਿਗੁਰੂ ਦਾ ਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਸੰਸਾਰ ਦਾ ਭਲਾ ਕਰਨ ਵਾਸਤੇ ਆਉਂਦਾ ਹੈ। ਉਦੋਂ ਪਰਮਪਿਤਾ ਪਰਮਾਤਮਾ ਦਾ ਰੂਪ ਹੀ ਜਿਹੜਾ ਹੈ ਉਹ ਦੇਹ ਧਾਰ ਕੇ, ਦੇਹ ਸਤਿਗੁਰੂ ਦੀ ਜਿਹੜੀ ਹੈ ਪ੍ਰਕਾਸ਼ ਰੂਪ ਹੁੰਦੀ ਹੈ, ਨਾ ਕਿ ਮਤਲਬ ਆਮ ਮਨੁੱਖਾਂ ਵਰਗੀ ਚਮਦੀ ਹੱਡਾਂ ਦੀ ਮਾਸ ਦੀ, ਬਲਕਿ ਸਤਿਗੁਰੂ ਸਰੂਪ ਜਿਹੜਾ ਹੁੰਦਾ ਨਾ ਉਹ ਪ੍ਰਕਾਸ਼ ਰੂਪ ਹੁੰਦਾ, ਔਰ ਸੰਸਾਰ ਦੇ ਵਿੱਚ ਆ ਕੇ ਉਹ ਸੰਸਾਰ ਦੇ ਲੋਕਾਂ ਦਾ ਭਲਾ ਕਰਦਾ ਹੈ। ਅਤੇ ਉਸ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਵੀ ਅੰਮ੍ਰਿਤ ਬਰਸੈ ਮਨ ਸੰਤੋਖੀਐ। ਇਸ ਪਰਮਪਿਤਾ ਪਰਮਾਤਮਾ ਦਾ ਜੋ ਸੱਚ ਰੂਪ ਹੈ ਨਾ, ਇਸ ਦੇ ਨਾਲ ਜਦੋਂ ਅਸੀਂ ਲਿਵ ਜੋੜਦੇ ਹਾਂ ਅਤੇ ਗੁਰੂ ਸਾਹਿਬ ਕਹਿੰਦੇ ਆ ਵੀ ਸਾਡੇ ਮਨ ਦੇ ਵਿੱਚ ਅੰਮ੍ਰਿਤ ਵਰਸਦਾ ਹੈ, ਔਰ ਸਾਡਾ ਮਨ ਜਿਹੜਾ ਹੈ ਸੰਤੋਖ ਨੂੰ ਪ੍ਰਾਪਤ ਹੋ ਜਾਂਦਾ ਹੈ। ਸੱਚ ਰਹੇ ਲਿਵ ਲਾਏ। ਜਦੋਂ ਸੱਚ ਪਰਮਪਿਤਾ ਪਰਮਾਤਮਾ ਦੇ ਨਾਲ ਅਸੀਂ ਲਿਵ ਜੋੜ ਕੇ ਉਸ ਦੀ ਭਗਤੀ ਕਰਦੇ ਹਾਂ, ਹਰ ਕੈ ਨਾਏ ਸਦਾ ਹਰਿਆਵਲੀ, ਫਿਰ ਸਾਡੀ ਰੂਹ ਜਿਹੜੀ ਹੈ ਨਾ ਹਰਿ ਪਰਮਾਤਮਾ ਦੇ ਨਾਮ ਦੇ ਨਾਲ ਸਦਾ ਹੀ ਹਰਿਆਵਲੀ ਰਹਿੰਦੀ ਹੈ। ਕਿਉਂਕਿ ਜਨਾਮ ਇੱਕ ਅੰਮ੍ਰਿਤ ਨਾਮ ਹੈ। ਅੰਮ੍ਰਿਤ ਨਾਮ ਜਿਹੜਾ ਹੈ ਇੱਕ ਸੁੱਖ ਦੇਣ ਵਾਲਾ ਅੰਮ੍ਰਿਤ ਰੂਪ ਐਸਾ ਹੈ ਕਿ ਜਿਹੜਾ ਹਰਿਆ ਭਰਿਆ ਹਮੇਸ਼ਾ ਹੀ ਜੀਵਤ ਰਹਿੰਦਾ ਹੈ। ਅੰਮ੍ਰਿਤ ਹਮੇਸ਼ਾ ਜੀਵਤ ਰਹਿੰਦਾ, ਇਸ ਕਰਕੇ ਸਾਡੀ ਰੂਹ ਵੀ ਜਿਹੜੀ ਹੈ ਜੀਵਤ ਹੋ ਜਾਂਦੀ ਹੈ, ਹਰਿਆਵਲੀ ਹੋ ਜਾਂਦੀ ਹੈ। ਫਿਰ ਸੁੱਕੇ ਨਾ ਕਮਲਾਏ, ਫਿਰ ਜਿੰਨੋਂ ਨਾਮ ਸਿਮਰਨ ਕੀਤਾ ਜਾਂਦਾ ਨਾ, ਅਤੇ ਫਿਰ ਇਹ ਸੁੱਕਦੀ ਨਹੀਂ ਹੈ, ਨਾ ਹੀ ਕਮਲਾਉਂਦੀ ਹੈ। ਇਸ ਤਰ੍ਹਾਂ ਦੇ ਨਾਲ ਪਰਮਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਹੋਈ ਰੂਹ ਸਾਡੀ ਜਿਹੜੀ ਹੈ ਨਾ ਉਹ ਸਦਾ ਹੀ ਹਰਿਆਵਲੀ ਰਹਿੰਦੀ ਹੈ। ਬਿਨ ਸਤਿਗੁਰ ਕਿਣੇ ਨਾ ਪਾਇਓ ਮਨ ਵੇਖੋ ਕੋ ਪਤਿਆਏ। ਹਰ ਕਿਰਪਾ ਤੇ ਸਤਿਗੁਰ ਪਾਈਐ ਭੇਟੈ ਸਹਿਜ ਸੁਪਾਏ। ਮਨ ਮੁਖ ਪਰਮ ਭਲਾਇਆ ਬਿਨ ਭਾਗਾਂ ਹਰ ਤਨ ਨ ਪਾਏ।
ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਬਿਨ ਸਤਿਗੁਰ ਕਿਣੇ ਨਾ ਪਾਇਓ। ਉਹ ਪਰਮਪਿਤਾ ਪਰਮਾਤਮਾ ਦੀ ਸਤਿਗੁਰੂ ਦੀ ਕਿਰਪਾ ਬਿਨਾਂ ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਮਨ ਵੇਖੋ ਕੋ ਪਤਿਆਏ, ਭਾਵੇਂ ਕੋਈ ਗੁਰਮੁਖ ਪਿਆਰਿਓ ਆਪਣੇ ਮਨ ਦੇ ਵਿੱਚ ਭਾਵੇਂ ਪਤਿਆ ਕੇ ਦੇਖ ਲਓ ਕਿ ਜਿੰਨਾ ਚਿਰ ਸਤਿਗੁਰੂ ਦੀ ਕਿਰਪਾ ਨਹੀਂ ਹੋਵੇਗੀ ਤੁਹਾਡੇ 'ਤੇ, ਉਹਨਾਂ ਚਿਰ ਤੁਹਾਨੂੰ ਪਰਮਪਿਤਾ ਪਰਮਾਤਮਾ ਦੇ ਦਰਸ ਦੀਦਾਰੇ ਨਹੀਂ ਹੋਣਗੇ। ਗੁਰੂ ਪੰਚਮ ਪਾਤਸ਼ਾਹ ਜੀ ਵੀ ਇਹੀ ਵਿਚਾਰ ਸਾਨੂੰ ਦੱਸਦੇ ਆ ਸੁਖਮਨੀ ਸਾਹਿਬ ਦੇ ਵਿੱਚ। ਕਹਿੰਦੇ ਵੀ ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਤੋ ਸਤਿਗੁਰੂ ਦੀ ਕਿਰਪਾ ਨਾਲ ਹੀ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਹਰ ਕਿਰਪਾ ਤੇ ਸਤਿਗੁਰ ਪਾਈਏ, ਔਰ ਸਤਿਗੁਰੂ ਵੀ ਜਿਹੜਾ ਉਹ ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ, ਔਰ ਪਰਮਾਤਮਾ ਦੀ ਕਿਰਪਾ ਨਾਲ ਸਤਿਗੁਰੂ ਮਿਲਦਾ, ਔਰ ਸਤਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਦਰਸ ਦੀਦਾਰੇ ਹੁੰਦੇ ਹੈ। ਭੇਟੈ ਸਹਿਜ ਸੁਭਾਏ, ਅਤੇ ਉਹ ਰੂਹ ਜਿਹੜੀ ਹੈ ਨਾ, ਗੁਰਮੁਖ ਰੂਹ ਜਿਹੜੀ ਹੈ ਸਹਿਜ ਦੇ ਵਿੱਚ ਹੀ ਸਹਿਜ ਸੁਭਾਅ ਦੇ ਵਿੱਚ ਪਰਮਪਿਤਾ ਪਰਮਾਤਮਾ ਨਾਲ ਮਿਲਣ ਕਰ ਲੈਂਦੀ ਹੈ। ਮਨਮੁਖ ਭਰਮ ਭੁਲਾਇਆ, ਬਿਨ ਭਾਗਾ ਹਰ ਤਨ ਨਾ ਪਾਏ। ਅਤੇ ਸਤਿਗੁਰੂ ਬਖਸ਼ਿਸ਼ ਕਰਦੇ ਆ ਭਾਈ, ਮਨਮੁਖ ਜਿਹੜੀ ਰੂਹ ਹੈ ਨਾ, ਉਸ ਨੂੰ ਕਦੇ ਵੀ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਗੀ। ਉਹ ਹਮੇਸ਼ਾ ਹੀ ਭਟਕਦੀ ਰਹਿੰਦੀ ਹੈ, ਅਤੇ ਉਹ ਭਰਮ ਦੇ ਵਿੱਚ ਭੁੱਲੀ ਹੋਈ, ਉਹਨੂੰ ਭੁਲੇਖਾ ਹੀ ਬਣਿਆ ਰਹਿੰਦਾ ਕਿ ਮੈਂ ਪਰਮਪਿਤਾ ਪਰਮਾਤਮਾ ਦੀ ਭਗਤ ਹਾਂ, ਮੈਂ ਪਰਮਾਤਮਾ ਦੀ ਸੇਵਾ ਕਰਦੀ ਹਾਂ। ਪਰ ਉਸ ਨੂੰ ਗੁਰੂ ਦੀ ਐਸੀ ਕਿਰਪਾ ਭਾਗਾਂ ਬਿਨਾਂ ਨਹੀਂ ਪ੍ਰਾਪਤ ਹੁੰਦੀ, ਨਾ ਉਹ ਪਰਮਾਤਮਾ ਦਾ ਨਾਮ ਧਨ ਹੀ ਪ੍ਰਾਪਤ ਕਰ ਸਕਦੀ ਹੈ। ਇਹ ਰੂਹ ਜਿਹੜੀ ਹੈ, ਮਨਮੁਖ ਰੂਹ ਜਿਹੜੀ ਹੈ, ਕਦੇ ਵੀ ਆਪਣੀ ਮਰਜ਼ੀ ਦੇ ਮੁਤਾਬਕ ਭਾਗਾਂ ਤੋਂ ਬਿਨਾਂ ਜਿਹੜਾ ਹੈ ਉਹ ਪਰਮਪਿਤਾ ਪਰਮਾਤਮਾ ਦੀ ਨਾਮ ਧਨ ਦੀ ਪ੍ਰਾਪਤੀ ਨਹੀਂ ਕਰ ਸਕਦੀ। ਅੱਗੇ ਗੁਰੂ ਸਾਹਿਬ ਬਖਸ਼ ਕਰਦੇ ਹੈ, ਤ੍ਰੈ ਗੁਣ ਸਭਾ ਧਾਤ ਹੈ, ਪੜ ਪੜ ਕਰੈ ਵਿਚਾਰ, ਮੁਕਤ ਕਦੇ ਨਾ ਹੋਵੀ, ਨੈ ਪਾਇਨ ਮੋਖ ਦੁਆਰ, ਬਿਨ ਸਤਿਗੁਰ ਬੰਧਨ ਨਾ ਟੁੱਟੀ, ਨਾਮ ਨਾ ਲਗੈ ਪਿਆਰ। ਸਤਿਗੁਰੂ ਬਖਸ਼ਿਸ਼ ਕਰਦੇ ਆ ਹੁਣ ਤੀਜੇ ਪਾਤਸ਼ਾਹ ਜੀ, ਕਹਿੰਦੇ ਆ ਵੀ ਤ੍ਰੈ ਗੁਣ ਜਿਹੜੇ ਆ ਨਾ, ਮਾਇਆ ਦੇ ਤਿੰਨ ਗੁਣ ਰਜੋ ਤਮੋ ਸਤੋ, ਇਹ ਤਿੰਨ ਗੁਣ ਜਿਹੜੇ ਆ ਨਾ ਸਾਰੇ ਹੀ ਧਾਤ ਹੈ। ਧਾਤ ਦਾ ਮਤਲਬ ਇਹ ਹੈ ਕਿ ਇਹ ਸਾਡੇ ਕਿਸੇ ਵੀ ਕੰਮ ਨਹੀਂ ਆਉਂਦੀ, ਔਰ ਸਾਨੂੰ ਇਹ ਜਿਹੜਾ ਨਾ ਬੁਰਾਈਆਂ ਦੇ ਵਿੱਚ ਸਿੱਟਦੀ ਹੈ। ਬੁਰਾਈਆਂ ਦੇ ਵਿੱਚ ਲਿਜਾ ਕੇ ਸਾਨੂੰ ਇਹ ਤ੍ਰੈ ਗੁਣ ਜਿਹੜੇ ਆ ਸਾਨੂੰ ਆਪਣੇ ਚੱਕਰਾਂ ਦੇ ਵਿੱਚ ਫਸਾ ਲੈਂਦੇ ਆ। ਔਰ ਗੁਰਮੁਖ ਐਸਾ ਭੁਲੇਖੇ ਦੇ ਵਿੱਚ, ਮਨਮੁਖ ਬੰਦਾ ਜਿਹੜਾ ਐਸਾ ਭੁਲੇਖੇ ਦੇ ਵਿੱਚ ਫਿਰਦਾ ਰਹਿੰਦਾ ਹੈ। ਪੜ੍ਹ ਕੇ ਉਹ ਵਿਚਾਰ ਕਰਦਾ ਹੈ, ਪੜ੍ਹਦਾ ਹੈ, ਕਦੇ ਕੋਈ ਗ੍ਰੰਥ ਪੜ੍ਹਦਾ ਹੈ, ਕਦੇ ਕੋਈ ਗ੍ਰੰਥ ਪੜ੍ਹਦਾ ਹੈ, ਕਦੇ ਕੋਈ ਵੇਦ ਪੜ੍ਹਦਾ ਹੈ, ਕਦੇ ਕੋਈ ਵਿਚਾਰ ਕਰਦਾ ਹੈ। ਇਸ ਤਰ੍ਹਾਂ ਦੇ ਨਾਲ ਉਹ ਇਹ ਭਟਕਦਾ ਹੀ ਫਿਰਦਾ ਰਹਿੰਦਾ, ਮਤਲਬ ਧਾਤ ਦੇ ਵਿੱਚ, ਤ੍ਰੈ ਗੁਣਾਂ ਦੀ ਧਾਤ ਦੇ ਵਿੱਚ ਹੀ ਭਟਕਦਾ ਰਹਿੰਦਾ ਹੈ। ਮੁਕਤ ਕਦੇ ਨਾ ਹੋਵੀ, ਨੈ ਪਾਇਨ ਮੋਖ ਦਵਾਰ। ਇਹ ਮਨਮੁਖ ਦੀ ਰੂਹ ਜਿਹੜੀ ਹੈ ਨਾ, ਕਦੇ ਵੀ ਮੁਕਤ ਨਹੀਂ ਹੁੰਦੀ ਗੀ। ਇਹ ਮੁਕਤੀ ਨਹੀਂ ਪ੍ਰਾਪਤ ਕਰਦੀ, ਭਾਵ ਸੰਸਾਰ ਦੇ ਬੰਧਨਾਂ ਤੋਂ, ਮਾਇਆ ਦੇ ਬੰਧਨਾਂ ਤੋਂ, ਕਾਮ ਕ੍ਰੋਧ ਹੰਕਾਰ ਦੇ ਬੰਧਨਾਂ ਤੋਂ, ਮਤਲਬ ਕਦੇ ਵੀ ਇਹ ਮੁਕਤ ਨਹੀਂ ਹੁੰਦੀ, ਅਤੇ ਨਾ ਹੀ ਇਹ ਮੋਖ ਦੀ ਪ੍ਰਾਪਤੀ ਕਰਦੀ ਹੈ। ਮੋਖ ਦੁਆਰ ਭਾਵ ਸੱਚਖੰਡ ਪਰਮਪਿਤਾ ਪਰਮਾਤਮਾ ਦਾ ਦੁਆਰਾ ਜਿਹੜਾ ਹੈ, ਉਸ ਦੀ ਕਦੇ ਵੀ ਇਹ ਪ੍ਰਾਪਤੀ ਨਹੀਂ ਕਰ ਸਕਦੀ। ਬਿਨ ਸਤਿਗੁਰ ਬੰਧਨ ਨਾ ਟੁੱਟੀ, ਕਹਿੰਦੇ ਵੀ ਸਤਿਗੁਰੂ ਤੋਂ ਬਿਨਾਂ ਬੰਧਨ ਨਹੀਂ ਟੁੱਟਦੇ ਕਦੇ ਵੀ ਕਿਸੇ ਵੀ ਰੂਹ ਦੇ। ਰੂਹ ਜਿਹੜੀ ਹੈ ਸਤਿਗੁਰ ਹੀ ਬੰਧਨ ਤੋੜਦਾ ਹੈ ਆ ਕੇ। ਨਾਮ ਨਾ ਲੱਗੇ ਪਿਆਰ, ਜਿੰਨਾ ਚਿਰ ਸਤਿਗੁਰੂ ਦਾ ਮਿਲਨ ਨਹੀਂ ਹੁੰਦਾ ਉਹਨਾਂ ਚਿਰ ਇਸ ਰੂਹ ਨੂੰ ਨਾਮ ਨਾਲ ਪਿਆਰ ਵੀ ਨਹੀਂ ਹੁੰਦਾ ਗਾ, ਔਰ ਇਹ ਨਾਮ ਵੀ ਸਿਮਰਨ ਨਹੀਂ ਕਰਦੀ। ਇਹ ਮਨਮੁਖ ਹੋ ਕੇ ਆਪਣੇ ਹੀ ਚੱਕਰਾਂ ਦੇ ਵਿੱਚ, ਤ੍ਰੈ ਗੁਣਾਂ ਦੇ ਵਿੱਚ, ਔਰ ਪੰਜ ਦੂਤਾਂ ਦੇ ਚੱਕਰਾਂ ਦੇ ਵਿੱਚ, ਕਾਮ ਕ੍ਰੋਧ ਲੋਭ ਹੰਕਾਰ ਦੇ ਵਿੱਚ ਫਸੀ ਹੋਈ, ਤ੍ਰਿਸ਼ਨਾ, ਹੋਰ ਨਿੰਦਿਆ ਚੁਗਲੀ, ਹੰਕਾਰ, ਜ਼ੋਰ, ਧੱਕਾ, ਇਸ ਤਰ੍ਹਾਂ ਦੇ ਕਰਮ ਕਰਦੀ ਹੋਈ ਇਹ ਮਤਲਬ ਸਤਿਗੁਰੂ ਤੋਂ ਦੂਰ ਹੀ ਰਹਿੰਦੀ ਹੈ। ਪੜ ਪੜ ਪੰਡਤ ਮੋਨੀ ਥਕੇ, ਵੇਦਾਂ ਕਾ ਅਭਿਆਸ, ਹਰ ਨਾਮ ਚਿੱਤ ਨ ਆਵੀ, ਨੈ ਨਿਜ ਕਰ ਹੋਵੈ ਵਾਸ, ਜਮਕਾਲ ਸਿਰੋ ਨ ਉਤਰੈ, ਅੰਤਰ ਕਪਟ ਵਿਨਾਸ਼। ਗੁਰੂ ਸਾਹਿਬ ਕਹਿੰਦੇ ਹੈ ਵੀ ਪੜ ਪੰਡਤ ਜਿਹੜੇ ਹੈ ਨਾ, ਮੋਨੀ ਹੋਏ, ਮੋਨੀ ਬਾਬੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਪੰਡਤ ਜਿਹੜੇ, ਪੰਡਤ ਇੱਕ ਪੰਡਤ ਇਹ ਹੈ ਕਿ ਜਿਹੜੇ
ਪਾਠ ਪੜ੍ਹਦੇ ਹੈ, ਵੇਦ ਪੜ੍ਹਦੇ ਹੈ, ਪਰ ਉਹ ਗਿਆਨ ਕਦੇ ਨਹੀਂ ਪ੍ਰਗਟ ਕਰਦੇ ਆਪਣੇ ਆਪ ਨੂੰ, ਆਪਣੇ ਹਿਰਦੇ ਦੇ ਵਿੱਚ ਵਿਚਾਰ ਨਹੀਂ ਕਰਦੇ, ਆਪਣੇ ਹਿਰਦੇ ਦੇ ਵਿੱਚ ਪਰਮ ਪਿਤਾ ਪਰਮਾਤਮਾ ਦੀ ਮਿਲਣ ਦੀ ਅਭਿਲਾਸ਼ਾ ਨਹੀਂ ਰੱਖਦੇ। ਸਿਰਫ ਉਹ ਪੜ੍ਹਨ ਤੱਕ ਹੀ ਸੀਮਤ ਰਹਿੰਦੇ, ਔਰ ਉਹਨਾਂ ਨੂੰ ਮਾਇਆ ਦੇ ਨਾਲ ਹੀ ਚੱਕਰ ਹੁੰਦਾ ਕਿ ਸਾਨੂੰ ਮਾਇਆ ਕਿੰਨੀ ਮਿਲਦੀ ਹੈ, ਕਿਵੇਂ ਮਿਲਦੀ ਹੈ। ਵੇਦਾਂ ਕਾ ਅਭਿਆਸ, ਉਹ ਵੇਦਾਂ ਦਾ ਵੀ ਅਭਿਆਸ ਕਰਦੇ ਹੈ, ਵੇਦ ਵੀ ਪੜ੍ਹਦੇ ਹੈ, ਪਰ ਉਹ ਹਰ ਨਾਮ ਚਿੱਤ ਨ ਆਵੀ, ਉਹਨਾਂ ਦੇ ਕਦੇ ਵੀ ਨਾਮ ਜਿਹੜਾ ਹੈ ਨਾ ਪਰਮ ਪਿਤਾ ਪਰਮਾਤਮਾ ਦਾ ਅੰਮ੍ਰਿਤ ਨਾਮ ਹੈ, ਜਿਹੜਾ ਜੋ ਅੰਮ੍ਰਿਤ ਰਸ ਬਖਸ਼ਦਾ ਹੈ, ਉਹ ਕਦੇ ਵੀ ਉਹਨਾਂ ਦੇ ਚਿੱਤ ਵਿੱਚ ਨਹੀਂ ਆਉਂਦਾ। ਉਹਨਾਂ ਦੇ ਚਿੱਤ ਦੇ ਵਿੱਚ ਹਮੇਸ਼ਾ ਮਾਇਆ ਹੀ ਬਣੀ ਰਹਿੰਦੀ ਹੈ, ਔਰ ਉਹਨਾਂ ਨੂੰ ਇਹ ਲੱਗਦਾ ਰਹਿੰਦਾ ਕਿ ਸਾਨੂੰ ਕਿੰਨੀ ਮਾਇਆ ਪ੍ਰਾਪਤ ਹੋ ਗਈ। ਅਤੇ ਇਸ ਤਰ੍ਹਾਂ ਦੇ ਨਾਲ ਇਹ ਭਟਕਦੇ ਹੋਏ ਕਹਿੰਦੇ ਆ ਕਿ ਗੁਰੂ ਸਾਹਿਬ ਕਹਿ ਰਹੇ ਹੈ, ਨੈ ਨਿਜ ਘਰ ਹੋਵੇ ਵਾਸ। ਨਿਜ ਘਰ ਦਾ ਮਤਲਬ ਪਰਮ ਪਿਤਾ ਪਰਮਾਤਮਾ ਦਾ ਸੱਚਖੰਡ, ਉਸ ਦਾ ਰੂਹ ਦਾ, ਮਨਮੁੱਖ ਰੂਹ ਦਾ ਜਿਹੜਾ ਹੈ ਨਾ, ਕਦੇ ਵੀ ਸੱਚਖੰਡ ਦੇ ਵਿੱਚ ਵਾਸਾ ਨਹੀਂ ਹੁੰਦਾ। ਜਮਕਾਲ ਸਿਰੋਂ ਨਾ ਉਤਰੈ ਅੰਤਰ ਕਪਟ ਵਿਨਾਸ਼। ਉਹਨਾਂ ਮਨਮੁੱਖ ਰੂਹਾਂ ਦੇ ਸਿਰ ਦੇ ਉੱਤੋਂ ਕਦੇ ਵੀ ਜਮ ਜਿਹੜਾ ਹੈ ਨਾ, ਕਾਲ ਰੂਪ ਮ੍ਰਿਤੂ ਦਾ ਜਮ ਦਾ ਜਿਹੜਾ ਕਾਲ ਹੈ, ਜਮ ਦਾ ਜਿਹੜਾ ਡੰਡ ਹੈ, ਜਮ ਦਾ ਜਿਹੜਾ ਭੈ ਹੈ, ਉਹ ਉਹਨਾਂ ਦੇ ਸਿਰ ਤੋਂ ਕਦੇ ਨਹੀਂ ਉਤਰਦਾ, ਕਿਉਂਕਿ ਅੰਤਰ ਕਪਟ ਵਿਨਾਸ਼। ਉਹਨਾਂ ਦੇ ਅੰਤਰ ਤੱਕ ਕਪਟ ਅਤੇ ਵਿਨਾਸ਼ ਭਰਿਆ ਹੁੰਦਾ ਹੈ। ਕਪਟ ਜਿਹੜਾ ਉਹ ਵਿਨਾਸ਼ਕਾਰੀ ਹੈ। ਇਸ ਕਰਕੇ ਉਹਨਾਂ ਨੂੰ ਕਦੇ ਵੀ ਪਰਮ ਪਿਤਾ ਪਰਮਾਤਮਾ ਦੇ ਸਤਿਗੁਰੂ ਦੀ ਸਰੂਪ ਦੀ ਜਿਹੜੀ ਹੈ ਨਾ ਪ੍ਰਾਪਤੀ ਨਹੀਂ ਹੁੰਦੀ, ਔਰ ਉਹਨਾਂ ਦੇ ਸਿਰ ਤੋਂ ਜਮ ਕਾਲ ਦਾ ਜਿਹੜਾ ਡਰ ਹੈ ਉਹ ਕਦੇ ਨਹੀਂ ਉਤਰਦਾ। ਅਤੇ ਇਸ ਤਰ੍ਹਾਂ ਦੇ ਨਾਲ ਉਹ ਸਿਰਫ ਮਨਮੁੱਖ ਹੋ ਕੇ ਹੀ ਮਾਇਆ ਦੇ ਚੱਕਰਾਂ 'ਚ ਫਿਰਦੇ ਹੋਏ, ਵੇਦਾਂ ਦਾ ਅਭਿਆਸ ਕਰਦੇ ਹੋਏ, ਪੜ੍ਹ ਕੇ ਵੇਦਾਂ ਨੂੰ, ਅਤੇ ਇਹ ਜਮਕਾਲ ਦੇ ਚੱਕਰਾਂ ਦੇ ਵਿੱਚ ਹੀ ਫਸੇ ਰਹਿੰਦੇ ਹੈ। ਉਹਨਾਂ ਨੂੰ ਕਦੇ ਵੀ ਨਿਜ ਘਰ ਦੀ ਪ੍ਰਾਪਤੀ ਨਹੀਂ ਹੁੰਦੀ। ਹਰ ਨਾਵੇ ਨੋ ਸਭ ਕੋ ਪ੍ਰਤਾਪ ਦਾ, ਬਿਨ ਭਾਗਾ ਪਾਇਆ ਨਾ ਜਾਏ। ਨਦਰ ਕਰੇ ਗੁਰ ਭੇਟੀਐ, ਹਰ ਨਾਮ ਵਸੈ ਮਨ ਆਏ। ਨਾਨਕ ਨਾਮੇ ਹੀ ਪਤ ਉਪਜੈ, ਹਰ ਸਿਉ ਰਹਿ ਸਮਾਏ। ਸਤਿਗੁਰੂ ਹੁਣ ਬਖਸ਼ਿਸ਼ ਕਰਦੇ ਭਾਈ, ਇਹ ਪਰਮਾਤਮਾ ਦੇ ਨਾਮ ਨੂੰ ਹਰ ਕੋਈ ਲੋਚਦਾ, ਹਰ ਕੋਈ ਮੰਗਦਾ ਕਿ ਮੈਨੂੰ ਵੀ ਪ੍ਰਾਪਤ ਹੋ ਜਾਵੇ, ਪਰ ਗੁਰੂ ਸਾਹਿਬ ਕਹਿੰਦੇ ਆ ਵੀ ਬਿਨਾਂ ਭਾਗਾਂ ਦੇ ਇਹ ਪ੍ਰਾਪਤ ਨਹੀਂ ਹੁੰਦਾ, ਇਹ ਪਾਇਆ ਨਹੀਂ ਜਾ ਸਕਦਾ ਬਿਨਾਂ ਭਾਗਾਂ ਤੋਂ। ਨਦਰ ਕਰੇ ਗੁਰ ਭੇਟੀਐ, ਜੇ ਉਹ ਪਰਮ ਪਿਤਾ ਪਰਮਾਤਮਾ ਸਾਡੀ ਰੂਹ 'ਤੇ ਨਦਰ ਕਰ ਦੇਵੇ, ਕਿਰਪਾ ਕਰ ਦੇਵੇ, ਦਇਆ ਦ੍ਰਿਸ਼ਟੀ ਕਰ ਦੇਵੇ, ਅਤੇ ਫਿਰ ਸਤਿਗੁਰੂ ਦੀ, ਗੁਰੂ ਦੀ ਪ੍ਰਾਪਤੀ ਸਾਨੂੰ ਹੋ ਜਾਂਦੀ ਹੈ, ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮਾਤਮਾ ਦਾ ਨਾਮ ਜਿਹੜਾ ਸਾਡੇ ਮਨ ਦੇ ਵਿੱਚ ਆ ਕੇ ਆਪੇ ਵਾਸਾ ਕਰ ਲੈਂਦਾ, ਔਰ ਸਾਡੇ ਹਿਰਦੇ ਦੇ ਵਿੱਚ, ਸਾਡੇ ਮੁਖ ਤੋਂ, ਸਾਡੀ ਰੂਹ ਤੋਂ, ਸਾਡੇ ਜਿਹੜਾ ਮਨ, ਜਿਹੜਾ ਹਿਰਦਾ ਜਿਹੜਾ ਹੁੰਦਾ ਨਾ, ਚਿੱਤ ਜਿਸ ਨੂੰ ਅਸੀਂ ਕਹਿੰਦੇ ਹਾਂ, ਚਿੱਤ ਦੇ ਵਿੱਚੋਂ ਪਰਮਾਤਮਾ ਦੇ ਨਾਮ ਦਾ ਜਿਹੜਾ ਹੈ ਨਾ ਵਾਸਾ ਜਿਹੜਾ ਹੈ ਉਹ ਸਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ, ਔਰ ਸਾਡੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ। ਅਤੇ ਗੁਰੂ ਸਾਹਿਬ ਕਹਿੰਦੇ ਨਾਨਕ ਨਾਮੇ ਹੀ ਪਤ ਉਪਜੈ। ਸਾਹਿਬ ਸ਼੍ਰੀ ਗੁਰੂ ਤੀਜੇ ਪਾਤਸ਼ਾਹ ਜੀ ਨਾਨਕ ਦੀ ਮੋਹਰ ਲਗਾ ਕੇ ਬਖਸ਼ਿਸ਼ ਕਰਦੇ ਆ ਕਿ ਨਾਮ ਦੇ ਨਾਲ ਹੀ ਇਸ ਰੂਹ ਦੀ ਪੱਤ ਜਿਹੜੀ ਹੈ ਪਰਮਾਤਮਾ ਦੇ ਦੁਆਰੇ 'ਤੇ ਪੈਦਾ ਹੁੰਦੀ ਹੈ। ਰੂਹ ਨੂੰ ਪਰਮਾਤਮਾ ਦੇ ਦੁਆਰੇ 'ਤੇ ਪੱਤ ਤਾਂ ਹੀ ਮਿਲਦੀ ਹੈ ਜੇ ਕਿਸੇ ਨੇ ਕੋਈ ਨਾਮ ਸਿਮਰਨ ਕਰਿਆ। ਹਰ ਸਿਓ ਰਹਾ ਸਮਾਏ। ਸਤਿਗੁਰੂ ਹੁਣ ਬਖਸ਼ਿਸ਼ ਕਰਦੇ ਆ ਕਿ ਇਸ ਤਰ੍ਹਾਂ ਦੇ ਨਾਲ ਜਦੋਂ ਇਹ ਰੂਹ ਨੂੰ ਪੱਤ ਦੀ ਪ੍ਰਾਪਤੀ ਹੁੰਦੀ ਹੈ ਨਾ, ਅਤੇ ਅਸੀਂ ਵੀ, ਮੈਂ ਹਰ ਸਿਉ ਰਹਾ ਸਮਾਏ, ਮੈਂ ਭਾਵ ਤੀਜੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਵੀ ਮੈਂ ਵੀ ਹਰ ਸਿਉ ਪਰਮਾਤਮਾ ਦੇ ਨਾਲ ਸਮਾਇਆ ਰਵਾਂ, ਮਤਲਬ ਪਰਮਾਤਮਾ ਦੀ ਸ਼ਰਨ ਦੇ ਵਿੱਚ ਸਦਾ ਸਮਾਇਆ ਰਵਾਂ, ਪਰਮਾਤਮਾ ਦੇ ਨਾਲ ਮਿਲਨ ਕੀਤਾ ਜਿਹੜਾ ਹੈ, ਮਿਲਨ ਦੇ ਵਿੱਚ ਹੀ ਰਵਾਂ, ਹਮੇਸ਼ਾ ਮਿਲਿਆ ਰਵਾਂ। ਇਹ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਸਾਡੇ 'ਤੇ ਹੋਵੇ। ਸਾਧ ਸੰਗਤ ਜੀ, ਸਤਿਗੁਰੂ ਨੇ, ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਨੇ ਇਸ ਸ਼ਬਦ ਦੇ ਵਿੱਚ ਇਹ ਸਾਨੂੰ ਦੱਸਿਆ ਕਿ ਬਾਣੀ ਜਿਹੜੀ ਹੈ ਨਾ, ਬਾਣੀ ਭਾਵ ਨਾਮ ਰੂਪ, ਬਾਣੀ ਭਾਵ ਸਤਿਰੂਪ ਪਰਮ ਪਿਤਾ ਪਰਮਾਤਮਾ, ਬਾਣੀ ਅੰਮ੍ਰਿਤ ਨਾਮ, ਬਾਣੀ ਧੁਰ ਕੀ ਬਾਣੀ, ਬਾਣੀ ਖਸਮ ਕੀ ਬਾਣੀ, ਸੱਚ ਕੀ ਬਾਣੀ। ਬਾਣੀ ਜਿਹੜੀ ਹੈ ਇਹ ਜਿਹੜੀ ਹੈ ਪਰਮ ਪਿਤਾ ਪਰਮਾਤਮਾ ਦਾ ਹੀ ਰੂਪ ਹੈ। ਅਤੇ ਜਦੋਂ ਸਾਡੀ ਰੂਹ ਇਸ ਬਾਣੀ ਨੂੰ, ਨਾਮ
ਅੰਮ੍ਰਿਤ ਨੂੰ ਸਿਮਰਦੀ ਹੋਈ ਪਰਮਪਿਤਾ ਪਰਮਾਤਮਾ ਦੀ ਕਿਰਪਾ ਨਾਲ ਸਤਿਗੁਰੂ ਦੀ ਪ੍ਰਾਪਤੀ ਕਰ ਲੈਂਦੀ ਹੈ ਔਰ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਪਰਮਪਿਤਾ ਪਰਮਾਤਮਾ ਦੇ ਦਰਸ ਦਿਦਾਰੇ ਹੋ ਜਾਂਦੇ ਆ। ਪਰ ਦੂਜੇ ਪਾਸੇ ਗੁਰੂ ਸਾਹਿਬ ਨੇ ਸਮਝਾਇਆ ਕਿ ਜਿਹੜੇ ਮਨਮੁਖ ਲੋਕ ਹੈ ਨਾ, ਉਹ ਹਮੇਸ਼ਾ ਹੀ ਮਾਇਆ ਦੇ ਕਰਮ ਕਰਦੇ ਹੋਏ, ਰਜੋ ਤਮੋ ਸਤੋ ਦੇ ਕਰਮ ਕਰਦੇ ਹੋਏ, ਉਹ ਕਦੇ ਇਹਨਾਂ ਤ੍ਰੈ ਗੁਣਾਂ ਤੋਂ ਉੱਪਰ ਨਹੀਂ ਉੱਠਦੇ ਕਿ ਅਸੀਂ ਪਰਮਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਚੌਥੇ ਪਦ ਦੀ ਪ੍ਰਾਪਤੀ ਕਰ ਲਈਏ, ਭਾਵ ਪਰਮਪਿਤਾ ਪਰਮਾਤਮਾ ਨੂੰ ਪ੍ਰਾਪਤ ਕਰ ਲਈਏ। ਇਹ ਮਨਮੁੱਖ ਜਿਹੜੀ ਹੈ ਇਸ ਅਵਸਥਾ ਦੇ ਵਿੱਚ ਹੀ ਆਪਣੀ ਜ਼ਿੰਦਗੀ ਗਵਾ ਦਿੰਦਾ ਔਰ ਇਹਨੂੰ ਕਦੇ ਵੀ ਪਰਮਾਤਮਾ ਦਾ ਮਿਲਣ ਜਿਹੜਾ ਹੈ ਉਹ ਪ੍ਰਾਪਤ ਨਹੀਂ ਹੁੰਦਾ, ਪਰਮਾਤਮਾ ਦਾ ਨਾਮ ਇਹਨੂੰ ਪ੍ਰਾਪਤ ਨਹੀਂ ਹੁੰਦਾ ਗਾ। ਗੁਰੂ ਦੀ ਕਿਰਪਾ ਨਾਲ ਜਿਹੜਾ ਹੈ ਉਹ ਹਮੇਸ਼ਾ ਹੀ ਨਾਮ ਤੋਂ ਦੂਰ ਰਹਿੰਦੇ ਹੈ। ਔਰ ਜੇ ਕਿਸੇ ਗੁਰਮੁਖ ਪਿਆਰੀ ਰੂਹ ਉੱਤੇ ਇਸ ਤਰ੍ਹਾਂ ਦੀ ਕਿਰਪਾ ਹੋ ਜਾਵੇ ਕਿ ਉਸ ਨੂੰ ਸਤਿਗੁਰੂ ਦਾ ਮਿਲਣ ਹੋ ਜਾਵੇ ਅਤੇ ਸਤਿਗੁਰੂ ਦੀ ਕਿਰਪਾ ਨਾਲ ਉਸ ਰੂਹ ਨੂੰ ਪਰਮਪਿਤਾ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਵੇ ਔਰ ਨਾਮ ਸਿਮਰਦੀ ਹੋਈ ਉਹ ਰੂਹ ਜਿਹੜੀ ਹੈ ਉਹ ਪਰਮਪਿਤਾ ਪਰਮਾਤਮਾ ਦੇ ਦਰਸ ਦਿਦਾਰੇ ਕਰਕੇ ਸੱਚਖੰਡ ਦੇ ਦੁਆਰੇ ਦੇ ਉੱਤੇ ਪਹੁੰਚ ਜਾਵੇ। ਇਹ ਪਰਮਪਿਤਾ ਪਰਮਾਤਮਾ ਦੀ ਕਿਰਪਾ ਨਾਲ, ਭਾਗਾਂ ਨਾਲ ਹੀ ਹੁੰਦਾ। ਗੁਰੂ ਸਾਹਿਬ ਕਹਿੰਦੇ ਭਾਈ ਆਪਣੇ ਜ਼ੋਰ ਨਾਲ ਜਿਹੜਾ ਹੈ ਨਾ, ਕਦੇ ਵੀ ਕਿਸੇ ਵੀ ਰੂਹ ਨੇ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ, ਕਿਸੇ ਵੀ ਰੂਹ ਨੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਨਹੀਂ ਕੀਤੀ, ਕਿਸੇ ਵੀ ਰੂਹ ਨੇ ਸੱਚਖੰਡ ਦੇ ਵਿੱਚ ਜਾ ਕੇ ਵਾਸਾ ਨਹੀਂ ਕੀਤਾ। ਸਾਰੇ ਹੀ ਭਟਕਦੇ ਫਿਰਦੇ ਰਹਿੰਦੇ ਆ ਔਰ ਜਨਮਾਂ ਦੇ ਚੱਕਰਾਂ ਦੇ ਵਿੱਚ ਵਾਰੀ ਜੰਮ ਲਿਆ, ਮਰ ਲਿਆ, ਦੂਜੀ ਜੂਨੀ ਦੇ ਵਿੱਚ ਜੰਮ ਗਿਆ, ਤੀਜੀ ਜੂਨੀ ਦੇ ਵਿੱਚ। ਇਸ ਤਰ੍ਹਾਂ ਦੇ ਨਾਲ ਹੀ ਇਹ ਰੂਹ ਜਿਹੜੀ ਹੈ ਜੰਮਣ ਮਰਨ ਦੇ ਚੱਕਰ ਦੇ ਵਿੱਚ, ਜੂਨੀਆਂ ਦੇ ਚੱਕਰ ਦੇ ਵਿੱਚ, 84 ਲੱਖ ਜੂਨੀਆਂ ਦੇ ਚੱਕਰ ਦੇ ਵਿੱਚ ਫਸੀ ਰਹਿੰਦੀ ਹੈ। ਪਰ ਇਸ ਨੂੰ ਸਤਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਅਤੇ ਜੇ ਕਿਤੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਅਤੇ ਜਦੋਂ ਪਰਮਪਿਤਾ ਪਰਮਾਤਮਾ ਕਿਰਪਾ ਨਦਰ ਮਿਹਰ ਦੀ ਨਦਰ ਕਰਦਾ ਹੈ, ਉਦੋਂ ਹੀ ਇਸ ਨੂੰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਔਰ ਫਿਰ ਸਤਿਗੁਰੂ ਦੀ ਕਿਰਪਾ ਨਾਲ ਇਹ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਹੋਈ ਰੂਹ ਜਿਹੜੀ ਹੈ ਇਹ ਪਰਮਪਿਤਾ ਪਰਮਾਤਮਾ ਦੇ ਦਰਸ ਦਿਦਾਰੇ ਕਰ ਲੈਂਦੇ। ਤਾਂ ਸਾਧ ਸੰਗਤ ਜੀ, ਸਾਨੂੰ ਵੀ ਹਮੇਸ਼ਾ ਇਸ ਤਰ੍ਹਾਂ ਹੀ ਰਹਿਣਾ ਚਾਹੀਦਾ ਹੈ ਕਿ ਅਸੀਂ ਪਰਮਪਿਤਾ ਪਰਮਾਤਮਾ ਦੀ ਸ਼ਰਨ ਹੋ ਕੇ, ਪਰਮਾਤਮਾ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਹੋ ਕੇ, ਪੰਜ ਪਿਆਰਿਆਂ ਤੋਂ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰੀਏ ਔਰ ਉਸ ਅੰਮ੍ਰਿਤ ਨਾਮ ਦੀ ਸਿਮਰਨਾ ਕਰਦੇ ਹੋਏ ਅਸੀਂ ਸਤਿਗੁਰੂ ਦੀ ਸ਼ਰਨ ਦੇ ਵਿੱਚ ਹਮੇਸ਼ਾ ਜੁੜੇ ਰਹੀਏ ਔਰ ਆਪਣੇ ਮਨ ਨੂੰ ਪਰਮਾਤਮਾ ਦੇ ਸ਼ਰਨਾਗਤ ਕਰਕੇ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਕਰਦੇ ਰਹੀਏ। ਅਤੇ ਫਿਰ ਸਾਡੇ ਜੀਵਨ ਦੇ ਵਿੱਚ ਇੱਕ ਦਿਨ ਐਸਾ ਆਏਗਾ ਕਿ ਸਾਨੂੰ ਅਣਹੱਦ ਧੁੰਨ ਦੀ ਵੀ ਪ੍ਰਾਪਤੀ ਹੋ ਜਾਏਗੀ, ਸਾਨੂੰ ਪਰਮਪਿਤਾ ਪਰਮਾਤਮਾ ਦੇ ਪ੍ਰਕਾਸ਼ ਜੋਤ ਦੀ ਵੀ ਪ੍ਰਾਪਤੀ ਹੋ ਜਾਏਗੀ ਔਰ ਸਾਨੂੰ ਪਰਮਪਿਤਾ ਪਰਮਾਤਮਾ ਦੇ ਦਰਸ ਦਿਦਾਰੇ ਜਿਹੜੇ ਹੈ ਸਾਖਸ਼ਾਤ ਰੂਪ ਦੇ ਵਿੱਚ ਦਿਸਣੇ ਸ਼ੁਰੂ ਹੋ ਜਾਣਗੇ। ਇਹ ਸਾਡੇ ਜੀਵਨ ਦੀ ਸਫਲਤਾ ਹੈ ਭਾਈ। ਇਸ ਕਰਕੇ ਗੁਰਮੁਖ ਪਿਆਰਿਓ, ਜਦੋਂ ਵੀ ਹੋ ਸਕੇ ਜੀਵਨ ਦੇ ਵਿੱਚ ਛੇਤੀ ਤੋਂ ਛੇਤੀ ਅੰਮ੍ਰਿਤ ਨਾਮ ਛਕਣ ਦੀ ਕਿਰਪਾ ਕਰੋ। ਅੰਮ੍ਰਿਤ ਨਾਮ ਛਕ ਕੇ ਫਿਰ ਉਸ ਨਾਮ ਦੀ ਸਿਮਰਨਾ ਕਰੋ ਔਰ ਸਿਮਰਨਾ ਵੀ ਦ੍ਰਿੜ ਨਿਸ਼ਚਾ ਕਰਕੇ, ਵਿਸ਼ਵਾਸ ਕਰਕੇ, ਭਰੋਸਾ ਕਰਕੇ ਪਰਮਪਿਤਾ ਪਰਮਾਤਮਾ ਅਤੇ ਪਰਮਾਤਮਾ ਨਾਲ ਪਿਆਰ ਕਰਕੇ। ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੋਇਆ, ਗਾਵੀਐ ਸੁਣੀਐ ਮਨ ਰੱਖੀਐ ਭਾਓ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ। ਭਾਈ ਜਿਹੜੇ ਗੁਰੂ ਦੀ ਕਿਰਪਾ ਨਾਲ ਗਾਉਂਦੇ ਹੈ, ਸੁਣਦੇ ਹੈ ਔਰ ਮਨ ਦੇ ਵਿੱਚ ਪਿਆਰ ਰੱਖਦੇ ਹੈ, ਉਹਨਾਂ 'ਤੇ ਹੀ ਗੁਰੂ ਦੀ ਕਿਰਪਾ ਹੁੰਦੀ ਹੈ ਕਿ ਉਹ ਗੁਰਮੁਖ ਲੋਕ ਜਿਹੜੇ ਆ ਨਾਦ ਸਰੂਪ ਹੋ ਜਾਂਦੇ ਆ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਜਿਹੜੇ ਆ ਵੇਦ ਸਰੂਪ ਹੋ ਜਾਂਦੇ ਆ ਭਰਾ, ਵੇਦ ਦੇ ਗਿਆਤਾ ਹੋ ਜਾਂਦੇ ਆ। ਅਤੇ ਗੁਰੂ ਸਾਹਿਬ ਕਹਿੰਦੇ ਆ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਸੁਣਿਆ, ਮੰਨ ਲਿਆ, ਗੁਰੂ ਸਾਹਿਬ ਕਹਿੰਦੇ ਮਨ ਦੇ ਵਿੱਚ ਪਿਆਰ ਰੱਖੋ। ਸੁਣਿਆ ਮੰਨਿਆ ਮਨ ਕੀਤਾ ਭਾਓ, ਮਨ ਦੇ ਵਿੱਚ ਪਿਆਰ ਰੱਖੋ। ਅੰਤਰਗਤ ਤੁਹਾਡੇ ਅੰਦਰਲੇ ਪਾਸੇ ਹਿਰਦੇ ਦੇ ਉੱਤੇ ਇੱਕ ਤੀਰਥ ਹੈ ਨਾਮ ਦਾ, ਉਸ ਨਾਮ ਅਤੇ ਤੀਰਥ ਦੇ ਉੱਤੇ ਤੁਸੀਂ ਇਸ਼ਨਾਨ ਕਰਦੇ ਹੋਏ ਪਰਮਪਿਤਾ ਪਰਮਾਤਮਾ ਦੀ ਨਾਮ ਬਾਣੀ ਨੂੰ ਚੇਤੇ ਦੇ ਵਿੱਚ ਰੱਖੋ, ਸਿਮਰਨ ਕਰੋ। ਅਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨਾਲ ਪਿਆਰ ਕਰਦੇ ਹੋਏ ਤੁਸੀਂ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹੋ। ਕਿਉਂਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਹ ਦੱਸਿਆ ਹੋਇਆ ਹੈ ਕਿ ਸਾਚ ਕਹੂੰ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸ ਸੰਸਾਰ ਦਾ ਖੇਲ ਹੈ ਕਿ ਜਿਸ ਵੀ ਰੂਹ ਨੇ ਪਰਮਪਿਤਾ ਪਰਮਾਤਮਾ ਨਾਲ ਪਿਆਰ ਕੀਤਾ, ਉਹੀ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੀ ਹੈ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦੇ ਹੋਏ ਦਾਸ ਸ਼ਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਗਰ ਆਪਨੇ ਵਾਹਿਗੁਰੂ ਜੋਤ ਚੈਨਲ ਜਿਹੜਾ ਹੈ ਉਹ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪ ਜੀ ਨੂੰ ਬੇਨਤੀ ਹੈ ਕਿ ਚੈਨਲ ਨੂੰ ਆਪ ਵੀ ਸਬਸਕ੍ਰਾਈਬ ਕਰੋ ਔਰ ਹੋਰਾਂ ਨੂੰ ਵੀ ਸਬਸਕ੍ਰਾਈਬ ਕਰਾਓ, ਲਾਈਕ ਦਿਓ, ਸ਼ੇਅਰ ਕਰੋ, ਆਪ ਕੀ ਬੜੀ ਮਿਹਰਬਾਨੀ ਹੋਵੇਗੀ। ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਜਿਹੜੀਆਂ ਹੈ ਆਪ ਜੀ ਨੂੰ ਹਮੇਸ਼ਾ ਮਤਲਬ ਤੁਹਾਡੇ ਕੋਲ ਪਹਿਲਾਂ ਕਥਾ ਜਿਹੜੀ ਹੈ
ਕੋਈ ਵੀ ਵਿਚਾਰ ਜਿਹੜਾ ਹੈ, ਕੋਈ ਵੀ ਸ਼ਬਦ ਜਿਹੜਾ ਹੈ ਉਹ ਆਪ ਜੀ ਕੋਲ ਪਹਿਲਾਂ ਪਹੁੰਚ ਜਾਏਗਾ। ਇਸ ਕਰਕੇ ਇਸ ਚੈਨਲ ਨੂੰ, ਵਾਹਿਗੁਰੂ ਜੋਤ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਧ ਸੰਗਤ ਜੀ ਕਿਰਪਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।